हे गाइस वेलकम बैक ऑन आवर यूट्यूब चैनल करंट विजन। जिवें कि तुसीं जाणदे हो कि पंजाब पटवारी का एग्ज़ाम 14 मई 2023 ਨੂੰ हो चुका आ ते जो तुसीं स्क्रीन ते देख रहे हो ਉਹੀ ऑफिशियल ਜਿਹੜਾ एग्ज़ाम ਹੋਇਆ ਆ ਉਹੀ ਸਕੈਨ ਕੀਤਾ ਹੋਇਆ ਆ। ठीक है ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜੋ ਪਾर्ट ए ਤੇ पार्ट बी ਦੇ ਵਿੱਚ ਕੁੱਲ ਜਿਹੜੇ 150 ਪ੍ਰਸ਼ਨ ਪੁੱਛੇ ਗਏ ਸਨ ਉਹਨਾਂ ਦੇ ਆਨਸਰ ਦੇਖਾਂਗੇ ਕੀ ਹਨ ਤੇ ਇਹ ਜਿਹੜੇ ਆ ਹਜੇ ऑफिशियल आंसर की नहीं आई हैगी। ठीक है ਤੇ ਇਹ ਜਿਹੜੇ खुद ਜਿਹੜੇ ਆ ਰਿਸਰਚ ਕਰਕੇ ਜਿਹੜੇ ਆਨਸਰ ਆ ਉਹ ਮੈਂ ਤੁਹਾਨੂੰ ਦੱਸਾਂਗੀ कि ਕਿਹੜੇ ਤੁਹਾਡੇ ਆਨਸਰ ਆ ਇਹਨਾਂ ਪ੍ਰਸ਼ਨ ਤੇ ਹੋਣੇ ਚਾਹੀਦੇ ਸਨ। ठीक है ਤੇ ਇਸ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਦੋ ਪਾਰਟ ਸੀਗੇ ਪੇਪਰ ਦੇ। ਪਾਰਟ ਏ ਜਿਸ ਦੇ ਵਿੱਚ ਜਿਹੜੇ ਪੰਜਾਬੀ ਲੈਂਗੁਏਜ ਨਾਲ ਸੰਬੰਧਿਤ ਤੇ ਹਿਸਟਰੀ ਐਂਡ ਕਲਚਰ ਨਾਲ ਸੰਬੰਧਿਤ ਪ੍ਰਸ਼ਨ ਆਉਣੇ ਸਨ ਤੇ ਜਿਸ ਨੂੰ ਪਾਰਟ ਏ ਨੂੰ ਕੁਆਲੀਫਾਈ ਕਰਨਾ ਜ਼ਰੂਰੀ ਸੀਗਾ, ਜਿਸ ਦੇ ਵਿੱਚ ਤੁਹਾਨੂੰ 25 ਮਾਰਕਸ ਅਗਰ ਤੁਹਾਡੇ ਆ ਜਾਂਦੇ ਆ ਤੇ ਤੁਸੀਂ ਕੁਆਲੀਫਾਈ ਹੋ। ठीक है ਇਸ ਐਗਜ਼ਾਮ ਦੇ ਲਈ ਫਿਰ ਹੀ ਤੁਹਾਡੇ ਪਾਰਟ ਬੀ ਦੇ ਜਿਹੜੇ ਮਾਰਕਸ ਆ ਉਹ ਕਾਊਂਟ ਹੋਣੇ ਆ ਤੁਹਾਡੀ ਮੈਰਿਟ ਦੇ ਲਈ। ठीक है ਇੰਨਾ ਸਭ ਨੂੰ ਪਤਾ ਹੋਣਾ ਚਾਹੀਦਾ ਆ ਤੇ ਤੁਸੀਂ ਮੇਰੇ ਨਾਲ ਆਪਣਾ ਪੇਪਰ ਚੈੱਕ ਕਰ ਸਕਦੇ ਹੋ। ਮੈਂ ਜਿਹੜਾ ਆ ਇਹ ਪੇਪਰ ਜੋ ਪੇਪਰ ਕੋਡ ਏ ਸੀਗਾ ਉਹ ਲਿਆ ਹੋਇਆ ਆ। ठीक है ਤੇ ਇਸ ਦਾ ਫਸਟ ਪ੍ਰਸ਼ਨ ਆਇਆ ਕਿ ਕਿਹੜਾ ਸ਼ਬਦ ਵੱਡੀ ਤੱਕੜੀ ਦਾ ਸਮਾਨਾਰਥਕ ਸ਼ਬਦ ਹੈ। ਵੱਡੀ ਤੱਕੜੀ ਹੁਣ ਤੁਹਾਨੂੰ ਪਤਾ ਹੈ ਕਿ ਕਿਸੇ ਚੀਜ਼ ਨੂੰ ਤੋਲਣ ਦੇ ਲਈ ਤੱਕੜੀਆਂ ਵਰਤੀਆਂ ਜਾਂਦੀਆਂ ਸਨ। ठीक है ਤੇ ਜੇ ਤਾਂ ਤੋਲਣਾ ਹੋਵੇ ਮਤਲਬ ਥੋੜ੍ਹਾ ਤੋਲਣਾ ਹੋਵੇ ਇੱਕ ਟਾਈਮ 'ਤੇ ਥੋੜ੍ਹਾ ਤੋਲਣਾ ਹੋਵੇ 10 ਕਿਲੋ 5 ਕਿਲੋ 2 ਕਿਲੋ। ठीक है ਤੇ ਫਿਰ ਤਾਂ ਜਿਹੜੀ ਆ ਤੱਕੜੀ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਤੁਸੀਂ ਦੇਖਿਆ ਹੋਊਗਾ ਕਿ ਜਦੋਂ ਕਿਸਾਨ ਮੰਡੀਆਂ ਦੇ ਵਿੱਚ ਜਾਂਦੇ ਆ ਕਣਕ ਲੈ ਕੇ ਜਾਂ ਆਪਣੀ ਮੱਕੀ ਲੈ ਕੇ ਤੇ ਉੱਥੇ ਜਿਹੜਾ ਆ ਕੁਆਂਟਲਾਂ ਦੇ ਹਿਸਾਬ ਦੇ ਵਿੱਚ ਜਿਹੜੀ ਆ ਉਹ ਤੁਲਾਈ ਕੀਤੀ ਜਾਂਦੀ ਆ ਤੇ ਉੱਥੇ ਜਿਹੜੇ ਕੰਡੇ ਵਰਤੇ ਜਾਂਦੇ ਆ ਜਿੱਥੇ ਤੋਲਿਆ ਜਾਂਦਾ ਆ ਫਸਲ ਨੂੰ ਉਹਨਾਂ ਨੂੰ ਕੰਡੇ ਕਿਹਾ ਜਾਂਦਾ ਆ। ਮਤਲਬ ਕਿ ਤੋਲਣ ਵਾਲੀ ਵੱਡੀ ਮਸ਼ੀਨ ਨੂੰ ਕੰਡੇ ਕਹਿ ਦਿੰਦੇ ਆ ਤੇ ਜਿਹੜੀ ਛੋਟੀ ਹੁੰਦੀ ਆ ਉਹਨੂੰ ਤੱਕੜੀ ਕਿਹਾ ਜਾਂਦਾ ਆ। ठीक है ਤੇ ਵੱਡੀ ਤੱਕੜੀ ਦਾ ਸਮਾਨਾਰਥਕ ਸ਼ਬਦ ਹੋ ਗਿਆ ਕੰਡਾ ਤੇ ਇਹ ਆਪਸ਼ਨ ਸੀ ਆ। ਅੱਗੇ ਹੈ ਸਹੀ ਵਿਰੋਧੀ ਸ਼ਬਦ ਜੋੜਾ ਚੁਣੋ। ਇਸ ਦੇ ਵਿੱਚ ਸਹੀ ਸ਼ਬਦ ਜੋੜਾ ਸੀਗਾ ਵਸਣਾ ਤੇ ਉੱਜੜਨਾ। ठीक है ਵਸਣਾ ਦਾ ਉਲਟ ਉੱਜੜਨਾ। ਅੱਗੇ ਹੈ ਕਿਹੜਾ ਸ਼ਬਦ ਪ੍ਰਤੱਖ ਜਾਂ ਪ੍ਰਗਟ ਸ਼ਬਦ ਦਾ ਸਮਾਨਾਰਥਕ ਸ਼ਬਦ ਹੈ। ਹੁਣ ਪ੍ਰਤੱਖ ਹੁੰਦਾ ਮਤਲਬ ਕਿ ਸਭ ਕੁਝ ਜ਼ਾਹਰ ਆ। ठीक है ਸਭ ਕੁਝ ਸਾਰਿਆਂ ਦੇ ਸਾਹਮਣੇ ਆ ਤੇ ਉਸ ਨੂੰ ਇਸ ਦਾ ਸਮਾਨਾਰਥਕ ਸ਼ਬਦ ਵੀ ਫਿਰ ਕੀ ਹੈ ਜ਼ਾਹਰ। ਆਪਸ਼ਨ ਬੀ। ਅਗਲਾ ਹੈ ਹੱਦ ਮੁਕਾ ਦੇਣੀ ਦਾ ਢੁਕਵਾਂ ਅਰਥ ਚੁਣੋ। ਮੁਹਾਵਰਾ ਹੱਦ ਮੁਕਾ ਦੇਣੀ ਆ। ठीक है ਹੱਦ ਮੁਕਾ ਦੇਣੀ ਮਤਲਬ ਹੁੰਦਾ ਆ ਕਿ ਕਿਸੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਕਮਾਲ ਦਾ ਆਪਣਾ ਦਿਖਾ ਦੇਣਾ। ठीक है ਚਾਹੇ ਉਹ ਨਲਾਇਕੀ ਵਾਲਾ ਕੰਮ ਹੋਵੇ ਚਾਹੇ ਉਹ ਹੁਸ਼ਿਆਰੀ ਵਾਲਾ ਕੰਮ ਹੋਵੇ। ठीक है ਤੇ ਇਸ ਦਾ ਆਨਸਰ ਹੈ ਆਪਸ਼ਨ ਨੰਬਰ ਏ ਕਮਾਲ ਕਰ ਦੇਣਾ। ठीक है ਹੱਦ ਮੁਕਾ ਦੇਣਾ ਭਾਵ ਕਮਾਲ ਕਰ ਦੇਣਾ। ਅੱਗੇ ਹੈ ਨਖਰਾ ਕਰਨਾ ਜਾਂ ਘ੍ਰਿਣਾ ਕਰਨਾ। ਅਰਥਾਂ ਨੂੰ ਸਪਸ਼ਟ ਕਰਨ ਦੇ ਲਈ ਹੇਠ ਦਿੱਤਿਆਂ ਵਿੱਚੋਂ ਕਿਹੜਾ ਮੁਹਾਵਰਾ ਵਰਤਿਆ ਗਿਆ ਹੈ। ਹੁਣ ਨਖਰਾ ਕਰਨਾ ਤੇ ਘ੍ਰਿਣਾ ਕਰਨਾ ਇਹਨਾਂ ਦੇ ਵਿੱਚ ਜਿਹੜਾ ਅਰਥ ਆਏਗਾ ਉਸ ਦਾ ਆਏਗਾ ਨਾਸਾਂ ਜਾਂ ਨੱਕ ਚਾੜਨਾ। ठीक है ਤੇ ਅੱਗੇ ਹੈ ਹੇਠ ਲਿਖੇ ਵਿਕਲਪਾਂ ਵਿੱਚੋਂ ਮੁਹਾਵਰਾ ਥੱਪਾ ਮਾਰ ਕੇ ਬੈਠਣਾ ਲਈ ਕਿਹੜਾ ਅਰਥ ਜਿਹੜਾ ਸਹੀ ਹੋਵੇਗਾ। ਤੀਰ ਨਿਸ਼ਾਨੇ 'ਤੇ ਬੈਠਣਾ, ਹਿੱਲਣ ਦਾ ਨਾਂ ਨਾ ਲੈਣਾ, ਕੁੱਟ ਕਟਾਪਾ ਕਰਨਾ। ਇਹਨਾਂ ਤਿੰਨਾਂ ਵਿੱਚੋਂ ਜਿਹੜਾ ਆ ਤੁਹਾਡਾ ਬੈਸਟ ਅਰਥ ਇਹ ਹੋਏਗਾ ਥੱਪਾ ਮਾਰ ਕੇ ਬੈਠਣਾ ਦਾ ਹਿੱਲਣ ਦਾ ਨਾਂ ਨਾ ਲੈਣਾ। ठीक है ਆਪਸ਼ਨ ਨੰਬਰ ਬੀ। ਅੱਗੇ ਹੈ ਅਖਾਣ ਦੋਹੀ ਢੂਮੀ ਢੱਡ ਨਹੀਂ ਵੱਜਦੀ। ठीक है ਦੋਹੀ ਢੂਮੀ ਢੱਡ ਨਹੀਂ ਵੱਜਦੀ ਦਾ ਅਰਥ ਹੈਗਾ ਆ ਜਦੋਂ ਸਿਆਣੇ ਆਦਮੀ ਦੇ ਕਰਨ ਵਾਲੇ ਕੰਮ 'ਤੇ ਦੋ ਅਨਾੜੀ ਬੰਦੇ ਲਾ ਦਿੱਤੇ ਜਾਣ ਕੰਮ 'ਤੇ ਕੰਮ ਚੌੜ ਹੋ ਜਾਏ। ठीक है ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਪਸ਼ਨ ਆ। ਅਗਲਾ ਹੈ ਜਦੋਂ ਕੋਈ ਬੰਦਾ ਆਪਣੇ ਕਾਰ ਵਿਹਾਰਾਂ ਦੇ ਧੰਦਿਆਂ ਵਿੱਚ ਇੰਨਾ ਰੁੱਝਿਆ ਹੋਵੇ ਕਿ ਕਿਤੇ ਮੌਜ ਮੇਲੇ ਜਾਂ ਯਾਰਾਂ ਦੋਸਤਾਂ ਨਾਲ ਸਮਾਂ ਗੁਜ਼ਾਰਨ ਲਈ ਨਾ ਜਾ ਸਕੇ
ਉਦੋਂ ਉਸ ਲਈ ਕਿਹੜਾ ਅਖਾਣ ਵਰਤਿਆ ਜਾਂਦਾ ਆ। ਮਤਲਬ ਕਿ ਜਿਹੜਾ ਬੰਦਾ ਬਹੁਤ ਹੀ ਜ਼ਿਆਦਾ ਬਿਜ਼ੀ ਰਹਿੰਦਾ ਆ, ਠੀਕ ਹੈ, ਅਤੇ ਉਹਦੇ ਲਈ ਦੱਸਣਾ ਹੈ ਵੀ ਕਿਹੜਾ ਅਖਾਣ ਜਿਹੜਾ ਉਹ ਵਰਤਿਆ ਜਾਂਦਾ ਆ। ਅਤੇ ਉਹਦੇ ਲਈ ਵਰਤਿਆ ਜਾਂਦਾ ਆ 32 ਦਿਨ ਅਤੇ 33 ਮੇਲੇ, ਤੱਤਾ ਜਾਵੇ ਕਿਹੜੇ ਵੇਲੇ। ਉਸ ਤੋਂ ਬਾਅਦ ਹੈ ਜਿਸ ਮੌਕੇ ਅਖਾਣ ਗੁੜ ਖਾਣਾ ਅਤੇ ਗੁਲਗੁਲਿਆਂ ਤੋਂ ਪਰਹੇਜ਼ ਵਰਤਿਆ ਜਾਂਦਾ ਹੈ, ਉਸ ਮੌਕੇ ਹੋਰ ਕਿਹੜਾ ਅਖਾਣ ਵਰਤਿਆ ਜਾ ਸਕਦਾ ਆ। ਦੇਖੋ, ਗੁੜ ਖਾਣਾ ਅਤੇ ਗੁਲਗੁਲਿਆਂ ਤੋਂ ਪਰਹੇਜ਼, ਇਸ ਦਾ ਅਰਥ ਹੈ ਵੀ ਖਾਈ ਵੀ ਜਾਣਾ ਅਤੇ ਮਤਲਬ ਕਹਿ ਦਿੰਦੇ ਨਾ ਪਖੰਡ ਕਰਦਾ ਆ, ਉਹ ਆ ਇਸ ਦਾ ਮਤਲਬ ਵੀ। ਇਹਦੇ ਵਿੱਚੋਂ ਜਿਹੜੇ ਆਪਸ਼ਨ ਦਿੱਤੇ ਆ ਨੀਚੇ, ਗੁੜ ਘੀ ਮੈਦਾ ਤੇਰਾ, ਜਲ ਫੂਕ ਬਸੰਤਰ ਮੇਰਾ, ਤੇਲ ਖਾਣਾ ਅਤੇ ਗੁਲਗੁਲਿਆਂ ਤੋਂ ਪਰਹੇਜ਼, ਗੁੜ ਦਿੱਤਿਆਂ ਜੇ ਦੁਸ਼ਮਣ ਮਾਰੇ ਤਾਂ ਮੋਹਰਾ ਕਿਉਂ ਦਈਏ। ਦੇਖੋ, ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਇਹਦਾ ਢੁਕਵਾਂ ਵਿਕਲਪ ਨਹੀਂ ਆ, ਇਸ ਲਈ ਇਹਦੀ ਆਪਸ਼ਨ ਡੀ ਹੋ ਜਾਣੀ ਸੀ, ਇਹਨਾਂ ਵਿੱਚੋਂ ਕੋਈ ਵੀ ਨਹੀਂ, ਠੀਕ ਹੈ। ਉਸ ਤੋਂ ਅੱਗੇ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਅਗੇਤਰ ਲੱਗਣ ਨਾਲ ਜ਼ਿਆਦਾਤਰ ਸ਼ਬਦਾਂ ਦੇ ਅਰਥ ਉਲਟੇ ਹੋ ਜਾਂਦੇ ਆ। ਦੇਖੋ, ਇਸ ਦੇ ਵਿੱਚ ਇੱਕ ਜਿਹੜਾ ਬੱਬੇ ਨੂੰ ਜਦੋਂ ਲਾਮ ਲਗਾ ਕੇ ਕੋਈ ਸ਼ਬਦ ਲਿਖਿਆ ਜਾਂਦਾ ਹੈ, ਉਹਦੇ ਨਾਲ ਜਿਹੜੇ ਸ਼ਬਦ ਆ ਉਹਨਾਂ ਦੇ ਅਰਥ ਉਲਟੇ ਹੋ ਜਾਂਦੇ ਆ, ਜਿੱਦਾਂ ਬੇਅਕਲ, ਬੇਸਮਝ, ਠੀਕ ਹੈ। ਅਤੇ ਇਸ ਲਈ ਆਪਸ਼ਨ ਏ ਸਹੀ ਹੋਣਾ ਸੀ 10ਵੇਂ ਦਾ। ਅਗਲਾ ਹੈ ਆਵਲੀ ਪਿਛੇਤਰ ਲੱਗ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ। ਸ਼ਬਦਾਵਲੀ ਇਸ ਦਾ ਰਾਈਟ ਆਪਸ਼ਨ ਆ। ਅਤੇ ਉਸ ਤੋਂ ਬਾਅਦ ਹੈ ਸਭ ਅਗੇਤਰ ਲਗਾ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ। ਸਬਕ, ਸਬਜ਼, ਸਬਰ, ਠੀਕ ਹੈ। ਇਹ ਤਿੰਨੋਂ ਸ਼ਬਦ ਜਿਹੜੇ ਆ ਇਹਨਾਂ ਦੇ ਵਿੱਚ ਕੋਈ ਅਗੇਤਰ ਪਿਛੇਤਰ ਨਹੀਂ ਲੱਗਾ, ਬਟ ਜਿਹੜਾ ਸਬ ਕਮੇਟੀ ਆ ਉਹ ਇੱਕ ਸਬ ਅਗੇਤਰ ਲਗਾ ਕੇ ਬਣਾਇਆ ਗਿਆ। ਸਬ ਕਮੇਟੀ ਸ਼ਬਦ ਦੇ ਅੱਗੇ ਸਬ ਲਗਾਇਆ ਗਿਆ ਹੈ, ਠੀਕ ਹੈ, ਇਸ ਲਈ ਸਬ ਕਮੇਟੀ ਰਾਈਟ ਆਪਸ਼ਨ ਆ। ਅੱਗੇ ਹੈ ਲਾ ਅਗੇਤਰ ਲਾ ਕੇ ਬਣਨ ਵਾਲਾ ਸਹੀ ਸ਼ਬਦ ਚੁਣੋ। ਲਾ ਅਗੇਤਰ ਦੇ ਵਿੱਚ ਲਾ ਨੂੰ ਅਸੀਂ ਅਗੇਤਰ ਵਜੋਂ ਵਰਤਣਾ ਹੈ, ਅਤੇ ਦੂਸਰਾ ਜਿਹੜਾ ਇੱਕ ਕੋਈ ਅਰਥ ਵਾਲਾ ਜਿਹੜਾ ਸ਼ਬਦ ਹੋਣਾ ਚਾਹੀਦਾ। ਦੇਖੋ, ਲਾਹਣ, ਲਾਹੌਰ ਜਾਂ ਲਾਈਨ, ਇਹ ਤਿੰਨੇ ਆਪਣੇ ਆਪ 'ਚ ਪੂਰਨ ਸ਼ਬਦ ਆ, ਠੀਕ ਹੈ, ਇਹਨਾਂ ਦੇ ਨਾਲ ਕੋਈ ਅਗੇਤਰ ਜਾਂ ਪਿਛੇਤਰ ਨਹੀਂ ਲੱਗਾ। ਬਟ ਜਿਹੜਾ ਲਾ ਇਲਾਜ ਆ ਉਸ ਦੇ ਵਿੱਚ ਲਾ ਨੂੰ ਅਗੇਤਰ ਵਜੋਂ ਵਰਤਿਆ ਗਿਆ ਹੈ, ਠੀਕ ਹੈ। ਅੱਗੇ ਹੈ ਵਿਆਕਰਨ ਅਨੁਸਾਰ ਸਾਰਥਕ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਆ। ਦੇਖੋ, ਤੁਸੀਂ ਇੱਥੇ ਕੁਐਸਚਨ ਨੂੰ ਕਿੱਦਾਂ ਘੁਮਾ ਕੇ ਪਾਇਆ ਗਿਆ ਆ। ਤੁਸੀਂ ਅਕਸਰ ਪੜ੍ਹਿਆ ਹੋਣਾ ਆ ਕਿ ਸ਼ਬਦ ਜਿਹੜੇ ਆ ਅਰਥਾਂ ਦੇ ਆਧਾਰ 'ਤੇ ਕਿੰਨੇ ਭਾਗਾਂ ਵਿੱਚ ਵੰਡੇ ਜਾਂਦੇ ਆ, ਹੈ ਨਾ। ਅਤੇ ਇੱਥੇ ਦੇਖੋ, ਅਤੇ ਜਿਹੜੇ ਸਾਰਥਕ ਸ਼ਬਦ ਹੁੰਦੇ ਆ, ਸਾਰਥਕ ਸ਼ਬਦ ਕਿਹਨਾਂ ਨੂੰ ਕਹਿੰਦੇ ਆ, ਉਹਨਾਂ ਨੂੰ ਕਹਿੰਦੇ ਜਿਹਨਾਂ ਦਾ ਕੋਈ ਅਰਥ ਹੁੰਦਾ ਆ, ਠੀਕ ਹੈ। ਅਤੇ ਇਸ ਲਈ ਉਹਨਾਂ ਨੇ ਇਹ ਲਿਖਣ ਦੀ ਥਾਂ ਕਿ ਸ਼ਬਦਾਂ ਨੂੰ ਅਰਥਾਂ ਦੇ ਆਧਾਰ 'ਤੇ ਕਿੰਨੇ ਕਿਸਮ ਵਿੱਚ ਵੰਡਿਆ ਜਾਂਦਾ, ਉਹਦੇ ਥਾਂ ਉਹਨਾਂ ਨੇ ਸ਼ਬਦ ਵਰਤਦਾ ਸਾਰਥਕ, ਠੀਕ ਹੈ। ਸਾਰਥਕ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਆ, 8 ਤਰ੍ਹਾਂ ਦੇ ਹੁੰਦੇ ਆ। ਇਹ ਆਪਸ਼ਨ ਬੀ ਸਹੀ ਆ। ਗੁਰਮੁਖੀ ਵਰਣਮਾਲਾ ਵਿੱਚ ਸ਼ ਚਿੰਨ੍ਹ ਅੱਖਰ ਕਿਹੜੀਆਂ ਭਾਸ਼ਾਵਾਂ ਵਿੱਚੋਂ ਲਏ ਸ਼ਬਦਾਂ ਦੇ ਉਚਾਰਨ ਨੂੰ ਸਹੀ ਰੂਪ ਵਿੱਚ ਪ੍ਰਗਟਾਉਣ ਲਈ ਨਵੀਨ ਵਰਗ ਵਿੱਚ ਸ਼ਾਮਲ ਕੀਤਾ ਗਿਆ। ਦੇਖੋ, ਤੁਸੀਂ ਆਪਣੇ ਜਿਹੜੀ ਪੰਜਾਬੀ ਦੀ ਵਰਣਮਾਲਾ ਜਿਹੜੀ ਪੜ੍ਹੀ ਹੋਣੀ ਆ, ਜਿਹਦੇ ਵਿੱਚ ਊੜੇ ਤੋਂ ਲੈ ਕੇ ੜਾੜੇ ਤੱਕ ਜਿਹੜੇ ਆ ਉਹ ਅੱਖਰ ਹੁੰਦੇ ਸੀ, ਤਾਂ ਕਰਕੇ ਪਹਿਲਾਂ ਉਸ ਨੂੰ 35 ਅੱਖਰੀ ਬੋਲਿਆ ਜਾਂਦਾ ਸੀ। ਬਾਅਦ ਵਿੱਚ ਕੀ ਹੋਇਆ, ਫਾਰਸੀ ਭਾਸ਼ਾ ਨੂੰ ਬੋਲਣ ਦੇ ਲਈ ਉਹਦੇ ਵਿੱਚ ਪਹਿਲੇ ਅੱਖਰ ਜਿਹੜੇ ਪਹਿਲਾਂ ਭਾਸ਼ਾ ਦੇ ਵਿੱਚ ਮੌਜੂਦ ਸੀ, ਉਹਨਾਂ ਦੇ ਅੱਖਰਾਂ ਦੇ ਪੈਰ 'ਚ ਬਿੰਦੀ ਲਾ ਕੇ ਫਾਰਸੀ ਭਾਸ਼ਾ ਦੇ ਉਚਾਰਨ ਲਈ ਜਿਹੜੀਆਂ ਆ ਉਚਾਰਨ ਕਰਨ ਲਈ ਇਹ ਸ਼ਬਦ ਬਣਾਏ, ਉਹਨਾਂ ਨੂੰ ਨਵੀਨ ਵਰਗ ਦਾ ਨਾਮ ਦਿੱਤਾ ਗਿਆ। ਜਿਹੜੇ ਸ ਪੈਰ ਬਿੰਦੀ ਸ਼ ਤੋਂ ਲੈ ਕੇ ਫ ਪੈਰ ਬਿੰਦੀ ਤੱਕ ਜਿਹੜੇ ਆ ਉਹ ਫਾਰਸੀ ਧੁਨੀਆਂ ਹੈ, ਅਤੇ ਜਿਹੜੀ ਲ ਪੈਰ ਬਿੰਦੀ ਆ ਉਹ ਇੱਕ ਮੌਲਿਕ ਧੁਨੀ ਹੈ, ਠੀਕ ਹੈ। ਅਤੇ ਪਰੰਤੂ ਉਹ ਵੀ ਜਿਹੜਾ ਨਵੀਨ ਵਰਗ ਦੇ ਵਿੱਚ ਉਸ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਸਾਰੇ ਕਿਸ ਚੀਜ਼ ਨੂੰ ਲੈ ਕੇ, ਕਿਹੜੀ ਭਾਸ਼ਾ ਨਾਲ ਸੰਬੰਧਿਤ ਆ, ਫਾਰਸੀ ਭਾਸ਼ਾ ਨਾਲ, ਠੀਕ ਹੈ। ਆਪਸ਼ਨ ਨੰਬਰ ਬੀ। ਗੁਰਮੁਖੀ ਵਰਣਮਾਲਾ ਦੀ ਨਵੀਨ ਟੋਲੀ ਜਾਂ ਵਰਗ ਦਾ ਕਿਹੜਾ ਅੱਖਰ ਸਭ ਤੋਂ ਅੰਤ ਵਿੱਚ ਵਰਣਮਾਲਾ ਵਿੱਚ ਸ਼ਾਮਿਲ ਕੀਤਾ ਗਿਆ। ਦੇਖੋ, ਜਿਹੜਾ ਨਵੀਨ ਟੋਲੀ, ਬਾਕੀ ਜਿਹੜੇ ਜੋ ਪੰਜਾਬੀ ਦੀ ਵਰਣਮਾਲਾ ਆ ਉਸ ਨੂੰ ਵਰਗਾਂ 'ਚ ਵੰਡਿਆ ਗਿਆ ਆ, ਠੀਕ ਹੈ। ਅਤੇ ਜਿੱਦਾਂ ਪਹਿਲਾ ਵਰਗ, ਦੂਜਾ ਵਰਗ ਜਾਂ ਅੰਤਿਮ ਵਰਗ, ਠੀਕ ਹੈ। ਅਤੇ ਇਹ ਜਿਹੜਾ ਆ ਨਵੀਨ ਵਰਗ ਜਿਹੜਾ ਸਭ ਤੋਂ ਲਾਸਟ ਦੇ ਵਿੱਚ ਆ,
ਤੇ ਸ਼ ਪੈਰ ਬਿੰਦੀ ਤੋਂ ਲੈ ਕੇ ਲ ਪੈਰ ਬਿੰਦੀ ਤੱਕ। ਬਾਕੀ ਵਰਗਾਂ ਦੇ ਵਿੱਚ ਸਿਰਫ 5 ਅੱਖਰ ਆਉਂਦੇ ਆ, 5 ਅੱਖਰ ਆਉਂਦੇ ਆ, ਬਟ ਜਿਹੜਾ ਨਵੀਨ ਵਰਗ ਆ ਉਹਦੇ ਵਿੱਚ 6 ਅੱਖਰ ਜਿਹੜੇ ਆ ਉਹ ਸ਼ਾਮਿਲ ਕੀਤੇ ਗਏ ਆ। ਇਸ ਦੀ ਆਪਸ਼ਨ ਜਿਹੜੀ ਆ ਏ ਜਿਹੜੀ ਆ ਉਹ ਰਾਈਟ ਹੋਵੇਗੀ। ਅਗਲਾ ਪ੍ਰਸ਼ਨ ਹੈ, ਮਾਲਕ ਨੇ ਨੌਕਰਾਣੀ ਨੂੰ ਨੌਕਰੀ ਤੋਂ ਕੱਢ ਦਿੱਤਾ। ਵਾਕ ਦਾ ਲਿੰਗ ਬਦਲ ਕੇ ਬਣਨ ਵਾਲਾ ਸਹੀ ਵਾਕ ਚੁਣਨਾ ਹੈ। ਦੇਖੋ ਤੁਸੀਂ, ਮਾਲਕ ਦਾ ਲਿੰਗ ਬਦਲਣਾ ਨਾ, ਠੀਕ ਹੈ, ਜੋ ਪੁਲਿੰਗ ਹਨ ਉਹਨੂੰ ਇਸਤਰੀ ਲਿੰਗ 'ਚ ਕਨਵਰਟ ਕਰਨਾ, ਜੋ ਇਸਤਰੀ ਲਿੰਗ ਹਨ ਉਹਨਾਂ ਨੂੰ ਪੁਲਿੰਗ ਦੇ ਵਿੱਚ, ਠੀਕ ਹੈ। ਅਤੇ ਮਾਲਕ ਦਾ ਆ ਜਾਊਗਾ ਮਾਲਕਣ, ਮਾਲਕਣ ਨੇ। ਨੌਕਰਾਣੀ ਦਾ ਆ ਜਾਊਗਾ ਨੌਕਰ, ਠੀਕ ਹੈ। ਮਾਲਕਣ ਨੇ ਨੌਕਰ ਨੂੰ ਨੌਕਰੀ ਤੋਂ ਕੱਢ ਦਿੱਤਾ। ਇਸ ਲਈ ਇਸ ਦਾ ਜਿਹੜਾ ਬੀ ਆਪਸ਼ਨ ਆ ਉਹ ਸੀ ਆਪਸ਼ਨ ਆ ਉਹ ਆਏਗਾ ਸਹੀ ਆਪਸ਼ਨ ਤੁਹਾਡਾ। ਅੱਗੇ ਹੈ, ਮਾਮਾ ਜੀ ਤੇ ਭੂਆ ਜੀ ਕੱਲ੍ਹ ਆਉਣਗੇ। ਵਾਕ ਦਾ ਲਿੰਗ ਬਦਲ ਕੇ ਬਣਨ ਵਾਲਾ ਸਹੀ ਵਾਕ ਚੁਣੋ। ਹੁਣ ਮਾਮਾ ਜੀ ਤੇ ਭੂਆ ਜੀ, ਇਹਦੇ ਵਿੱਚ ਵੀ ਲਿੰਗ ਬਦਲਣਾ। ਮਾਮਾ ਜੀ ਦਾ ਆ ਜਾਊਗਾ ਮਾਮੀ ਜੀ, ਭੂਆ ਜੀ ਦਾ ਆ ਜਾਊਗਾ ਫੁੱਫੜ ਜੀ, ਠੀਕ ਹੈ। ਮਾਮਾ ਜੀ ਤੇ ਮਾਮੀ ਜੀ ਤੇ ਫੁੱਫੜ ਜੀ ਕੱਲ੍ਹ ਆਉਣਗੇ। ਆਪਸ਼ਨ ਬੀ ਤੁਹਾਡੀ ਸਹੀ ਹੋਵੇਗੀ। ਅੱਗੇ ਹੈ, ਸ਼ਹਿਨਸ਼ਾਹ ਸ਼ਬਦ ਦਾ ਬਹੁਵਚਨ ਕੀ ਹੈ? ਸ਼ਹਿਨਸ਼ਾਹ ਦਾ ਬਹੁਵਚਨ ਹੋ ਜਾਵੇਗਾ ਸ਼ਹਿਨਸ਼ਾਹਾਂ। ਹਾਂ, ਇਸ ਦੇ ਵਿੱਚ ਲਾਸਟ 'ਤੇ ਨਾ ਦੀ ਆਵਾਜ਼ ਆਉਂਦੀ ਹੈ, ਠੀਕ ਹੈ, ਅਤੇ ਇਸ ਲਈ ਕੰਨੇ ਦੇ ਉੱਪਰ ਬਿੰਦੀ ਪੈਣੀ ਆ। ਆਪਸ਼ਨ ਨੰਬਰ ਏ ਹੋਏਗੀ, ਠੀਕ ਹੈ। ਹਾਏ ਨਾਲ ਜੋ ਕੰਨਾ ਲੱਗਾ ਉਸਦੇ ਉੱਤੇ ਬਿੰਦੀ ਆਉਣੀ ਸੀ। ਅੱਗੇ ਹੈ, ਪੰਜਾਬੀ ਭਾਸ਼ਾ ਦੇ ਕੁਝ ਸ਼ਬਦਾਂ ਜਿਵੇਂ ਵਿੱਚ ਉੱਤੇ ਆਦਿ ਨੂੰ ਲਿਖਤ ਰੂਪ ਦਿੰਦੇ ਸਮੇਂ ਜਦੋਂ ਪਹਿਲਾ ਅੱਖਰ ਛੱਡ ਕੇ ਲਿਖਿਆ ਜਾਵੇ ਤਾਂ ਉਸ ਅੱਖਰ ਦੀ ਥਾਂ ਕਿਹੜਾ ਵਿਸਰਾਮ ਚਿੰਨ੍ਹ ਪਾਇਆ ਜਾਂਦਾ ਹੈ? ਦੇਖੋ, ਜਿੰਨੇ ਵੀ PSSS ਬੋਰਡ ਨੇ ਐਗਜ਼ਾਮ ਲਏ ਹੁਣ ਤੱਕ ਪੰਜਾਬੀ ਜਿਹੜੇ ਕੁਆਲੀਫਾਇੰਗ ਪੇਪਰ ਦੇ, ਠੀਕ ਹੈ, ਸਭ ਦੇ ਵਿੱਚ ਇਸ ਨੂੰ ਪ੍ਰਸ਼ਨ ਨੂੰ ਘੁਮਾ ਕੇ ਪਾਇਆ ਗਿਆ, ਠੀਕ ਹੈ। ਆਨਸਰ ਉਸਦਾ ਸੇਮ ਹੀ ਹੁੰਦਾ ਸੀ, ਛੁੱਟ ਮਰੋੜੀ, ਠੀਕ ਹੈ। ਜਾਂ ਪ੍ਰਸ਼ਨ ਦੇ ਵਿੱਚ ਛੁੱਟ ਮਰੋੜੀ ਕਹਿ ਦਿੱਤਾ ਜਾਂਦਾ ਸੀ, ਉਹਦਾ ਚਿੰਨ੍ਹ ਪੁੱਛ ਲਿਆ ਜਾਂਦਾ ਸੀ, ਠੀਕ ਹੈ। ਜਾਂ ਇਹ ਪੁੱਛ ਲਿਆ ਜਾਂਦਾ ਸੀ ਵੀ ਛੁੱਟ ਮਰੋੜੀ ਕਿਹੜੇ ਕਿਹੜੇ ਸ਼ਬਦਾਂ 'ਤੇ ਨਾ ਯੂਜ਼ ਕੀਤੀ ਜਾਂਦੀ ਹੈ। ਅਤੇ ਇਹ ਜਿਹੜਾ ਹੈ ਤੁਹਾਨੂੰ ਆਉਣ ਵਾਲੇ ਵੀ ਭਾਵੇਂ ਤੁਹਾਡੇ ਐਗਜ਼ਾਮ ਹੈ ਉਸ ਲਈ ਇਹ ਜਿਹੜਾ ਵਿਸਰਾਮ ਚਿੰਨ੍ਹ ਆ ਤੁਸੀਂ ਛੁੱਟ ਮਰੋੜੀ ਜਿਹੜਾ ਆ ਉਹਨੂੰ ਯਾਦ ਕਰਕੇ ਜਾਣਾ, ਠੀਕ ਹੈ। ਬਹੁਤ ਜਿਹੜਾ ਆ ਇੰਪੋਰਟੈਂਟ ਆ ਇਹ ਤੁਹਾਡੇ ਲਈ। ਹੁਣ PSSS ਬੋਰਡ ਦੇ ਹਰ ਇੱਕ ਪੇਪਰ ਦੇ ਵਿੱਚ ਇਹਦੇ ਵਿੱਚ ਨਾਲ ਸੰਬੰਧਿਤ ਪ੍ਰਸ਼ਨ ਪੁੱਛਿਆ ਗਿਆ, ਠੀਕ ਹੈ। ਅਤੇ ਇਹਦੀ ਏ ਆਪਸ਼ਨ ਤੁਹਾਡੀ ਸਹੀ ਆ, ਠੀਕ ਹੈ। ਦੇਖੋ, ਜਿੱਦਾਂ ਤੁਸੀਂ ਵਿੱਚ ਲਿਖਦੇ, ਵਿੱਚ ਨੂੰ ਅਸੀਂ ਇਹ ਜਿਹੜਾ ਛੁੱਟ ਮਰੋੜੀ ਦਾ ਸਾਈਨ ਹੁੰਦਾ ਪੁੱਠਾ ਕੌਮਾ ਹੁੰਦਾ, ਠੀਕ ਹੈ, ਅਤੇ ਉਹ ਲਗਾ ਕੇ ਅਸੀਂ ਚਿੱਚਾ ਇਕੱਲਾ ਪਾ ਦਿੰਦੇ ਹਾਂ, ਠੀਕ ਹੈ। ਉਹਦਾ ਮਤਲਬ ਹੁੰਦਾ ਵਿੱਚ। ਅਤੇ ਜਿੱਦਾਂ ਉੱਤੇ ਲਿਖਣਾ ਹੋਵੇ ਤਾਂ ਵੀ ਅਸੀਂ ਉਹ ਪੁੱਠਾ ਕੌਮਾ ਪਾ ਕੇ ਅਤੇ ਤੱਤੇ ਨੂੰ ਲਾਮ ਪਾ ਦਿੰਦੇ, ਉਹਦਾ ਮਤਲਬ ਤੇ ਆ ਜਾਂਦਾ ਉੱਤੇ, ਠੀਕ ਹੈ। ਇਸ ਤਰ੍ਹਾਂ ਛੁੱਟ ਮਰੋੜੀ ਜਿਹੜਾ ਆ ਚਿੰਨ੍ਹ ਯੂਜ਼ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਖਬਰਦਾਰ ਅੱਗੇ ਪਹਾੜਾਂ ਤੋਂ ਪੱਥਰ ਡਿੱਗਦੇ ਹਨ। ਵਾਕ ਵਿੱਚ ਖਬਰਦਾਰ ਸ਼ਬਦ ਵਿਸਮਕ ਦੀ ਕਿਹੜੀ ਕਿਸਮ ਦਾ ਸ਼ਬਦ ਹੈ? ਖਬਰਦਾਰ ਜਿਹੜਾ ਆ ਇੱਕ ਸੂਚਨਾਵਾਚਕ ਵਿਸਮਕ ਸ਼ਬਦ ਹੈਗਾ ਆ। ਅਤੇ ਦੇਖੋ, ਇਸਦਾ ਆਪਸ਼ਨ ਨੰਬਰ ਸੀ ਤੁਹਾਡੀ ਸਹੀ ਹੋਵੇਗੀ। ਹਾਥੀਆਂ ਦੇ ਰੱਖਣ ਦੀ ਜਗ੍ਹਾ ਲਈ ਵਰਤੇ ਜਾਂਦੇ ਸ਼ਬਦ ਦਾ ਸ਼ੁੱਧ ਰੂਪ ਚੁਣੋ। ਹਾਥੀਆਂ ਦੇ ਰੱਖਣ ਦੀ ਜਗ੍ਹਾ ਹੁੰਦੀ ਆ ਫੀਲਖਾਨਾ, ਠੀਕ ਹੈ। ਜਿੱਦਾਂ ਹੁੰਦਾ ਘੋੜਿਆਂ ਦਾ ਤਬੇਲਾ ਹੁੰਦਾ ਆ, ਇੱਦਾਂ ਹੀ ਜਿੱਥੇ ਹਾਥੀ ਰੱਖਦੇ ਉਹਨਾਂ ਦਾ ਫੀਲਖਾਨਾ ਹੁੰਦਾ। ਅਤੇ ਜਿਹੜਾ ਹਾਥੀ ਨੂੰ ਚਲਾਉਣ ਵਾਲਾ ਹੁੰਦਾ ਆ ਨਾ ਉਹਨੂੰ ਉਸ ਆਦਮੀ ਨੂੰ ਫੀਲਵਾਨ ਕਹਿ ਦਿੰਦੇ ਆ, ਠੀਕ ਹੈ, ਫੀਲਵਾਨ। ਤਾਂ ਇਹ ਵੀ ਤੁਸੀਂ ਯਾਦ ਰੱਖਣਾ ਹੈ। ਅੱਗੇ ਹੈ, ਸ਼ੁੱਧ ਵਾਕ ਚੁਣੋ। ਸ਼ੁੱਧ ਵਾਕ ਚੁਣਨਾ ਸੀ, ਪੀਂਘਾਂ ਝੁੱਟ ਰਹੀਆਂ ਕੁੜੀਆਂ ਹਨ। ਪੀਂਘਾਂ ਰਹੀਆਂ ਕੁੜੀਆਂ ਹਨ ਝੂਠ, ਕੁੜੀਆਂ ਪੀਂਘਾਂ ਝੂਟ ਰਹੀਆਂ ਹਨ। ਅਤੇ ਦੇਖੋ, ਸੀ ਆਪਸ਼ਨ ਸਹੀ ਹੈ, ਕੁੜੀਆਂ ਪੀਂਘਾਂ ਝੂਟ ਰਹੀਆਂ ਹਨ, ਠੀਕ ਹੈ। ਕਿਉਂਕਿ ਦੇਖੋ, ਪੰਜਾਬੀ ਦੇ ਵਿੱਚ ਪਹਿਲਾਂ ਕਰਤਾ ਆਉਂਦਾ, ਫਿਰ ਕਰਮ ਆਉਂਦਾ ਅਤੇ ਫਿਰ ਕਿਰਿਆ ਆਉਂਦੀ ਹੈ, ਠੀਕ ਹੈ। ਅਤੇ ਇਸੇ ਤਰ੍ਹਾਂ ਤੁਸੀਂ ਆਪਣਾ ਜਿਹੜਾ ਸੈਂਟੈਂਸ ਆ ਉਹ ਸਹੀ ਚੁਣਨਾ ਆ, ਅਤੇ ਸੀ ਆਪਸ਼ਨ ਬਿਲਕੁਲ ਰਾਈਟ ਆ। ਅੱਗੇ ਹੈ, ਸਹੀ ਸ਼ਬਦ ਜੋੜ ਚੁਣੋ। ਇਸ ਦੇ ਵਿੱਚ ਤੁਹਾਨੂੰ ਉਪਲਬਧ ਸ਼ਬਦ ਨੂੰ ਪੁੱਛਿਆ ਗਿਆ ਕਿੱਦਾਂ ਲਿਖੋਗੇ ਸਹੀ, ਅਤੇ ਤੁਹਾਡੀ ਡੀ ਆਪਸ਼ਨ ਸਹੀ ਹੋਵੇਗੀ, ਠੀਕ ਹੈ। ਊੜੇ ਨੂੰ ਔਂਕੜ ਪੱਪਾ, ਲੱਲੇ ਤੇ ਅੱਧਕ, ਬੱਬਾ ਧੱਦਾ, ਉਪਲਬਧ।
अगला प्रश्न है किहड़ा पंजाबी शब्द ईस्टेट ऑफिसर दे अर्थां नूं प्रगटाउंदा है। हुण ईस्टेट जिहड़ा शब्द आ इहदा अर्थ ही हुंदा आ जमीन, ठीक है। ते हुण जमीन ऑफिसर, इत्थे देखो ऑफिसर का मतलब तो अफसर हो गया। हुण इन्होंने देखो ऑप्शन के विच की पाया है कि मिल्क अफसर, अमला अफसर, भौं प्राप्ति अफसर जां भौं सुधार अफसर। देखो ई स्टेट अफसर आ बनया तो हुण भूमि अफसर का मतलब की होगा, किसी कोई अफसर बनाया भूमि के नाल संबंधित होगा, ठीक है। तो वह भूमि नूं भौं कई कहते कि भौं प्राप्ति अफसर इसदा आंसर होगा। बट जो भौं प्राप्ति अफसर ने भौं प्राप्ति करके की करनी है, ठीक है। कोई भी अफसर होंगे लोगों की सेवा लिए रखे जाते हैं, इसलिए यदा आना भौं सुधार अफसर, ठीक है। ऑप्शन नंबर डी। अगे है नज़रसानी जां समीक्षा लई अंग्रेजी का किहड़ा शब्द ढुकवां है। तो नज़रसानी जां समीक्षा के लिए असी रिव्यू शब्द का यूज़ करते हैं, ऑप्शन नंबर सी। अगे है लैक्सीकोग्राफर लई पंजाबी विच किहड़ा शब्द वरत्या जाता है। लैक्सीकोग्राफर जिहड़ा हुंदा आ उसनूं शब्द कोशकार कहा जाता है, ठीक है, कोशकार। ऑप्शन बी सही है। अंग्रेजी के शब्द डिस्ट्रिक्ट लिए शुद्ध पंजाबी रूप चुनो। डिस्ट्रिक्ट का तुहानूं पता है जिला होएगा, जिला सारिਆਂ ਨੂੰ पता होंदा, पर जिले ਨੂੰ सही फॉर्म ਦੇ ਵਿੱਚ किद्दां लिखीदा वो ऑप्शन नंबर ए तुहाडी सही हैगी आ। ते अगे है हफ्ते के दिनों के नाम ਲਈ शुद्ध पंजाबी रूप चुनो। हफ्ते के दिनों के नाम जिहड़े आ ਉਹਦੇ ਵਿੱਚ शुक्रवार पुछया सी किद्दां लिखना, तो शुक्रवार तुहाडा जिहड़ा सही आ वो लिखिया है ऑप्शन नंबर सी दे विच, ते इसलिए ऑप्शन नंबर तुहाडी सी सही है। अगे है अंग्रेजी महीने सतंबर नूं पंजाबी विच शुद्ध रूप विच किस तरह लिखिया जाएगा। देखो जिहड़ा सतंबर आ उस दे विच पंजाबी दे विच सस्सा तत्ते दे टिप्पी बब्बा रारा करके इसनूं लिखिया जाता है, ठीक है। तो ऑप्शन बी इहदी सही हैगी है। गुरमुखी गिणती विच लिखे 3.25 नूं अंग्रेजी विच किस तरह लिखिया जाता है। देखो पंजाबी विच जिद्दां सवा कह दईदा है, इंग्लिश विच उसनूं क्वार्टर कहते हैं, ठीक है। 3.25 नूं असीं लिखते हैं 3 and a quarter। अगे है अंक 5.25 नूं गुरमुखी गिणती विच किस तरह लिखिया जाता है। देखो 5.25 5 सही 3/4 लिखा है, इसनूं 5.25 ही कहते हैं, ठीक है। तो ऑप्शन नंबर डी तुहाडी सही होवेगी। अगे है 79 नूं अंकां विच किवें लिखिया जाएगा। 79 जिहड़ा हुंदा है उहनूं 7 9 करके लिखते हैं असीं, ऑप्शन नंबर सी। गुरमुखी लिपि किहड़े लिपि परिवार विचों जन्मी है। देखो जिहड़ी गुरमुखी लिपि आ वो हैगी आ ब्रह्मी लिपि तो जन्मी हुई, ठीक है। देखो इसके नाम होर की सीगे, पहला गुरमुखी तो पहला इसनूं लंडा भी बोलिया जाता सी, ठीक है। तो देखो जिहड़ी ब्रह्मी आ वो अशोक ने पंजाब दे विच इहनूं प्रचलित कीता सीगा ब्रह्मी नूं। उस तो बाद ब्रह्मी दे अगे अगे रूप जिहड़े आ वो बनते गए, तो उस तो बाद ब्रह्मी तो बाद गुप्ता भी आई है, ठीक है, लंडे भी कहा गया इसनूं, ते फिर गुरमुखी लिपि जिहड़ी है उसदे विचों ही उपजी है, ठीक है। ये सारे इन्हां दे नाम ही आ, गुरमुखी लिपि दे परिवार दे नाम ही आ, ठीक है। तो ये ब्रह्मी लिपि दे विचों उपजी हुई है। अगे है असी आ गए हाँ, वाक विच किहड़ा शब्द उदेश है। असी जिहड़ा आ वो एक उदेश है, ठीक है, उदेश शब्द हैगा आ असी, ऑप्शन नंबर ए। अगला प्रश्न, नवें भाषा विग्यानियों अनुसार भाषा की छोटी तो छोटी सार्थक इकाई किसनूं कहा जाता है। देखो इत्थे प्रश्न हैगा, अगर गल करिए तो भाषा किसी भाषा की छोटी तो छोटी इकाई उदा हुंदी किहड़ी है, वो हुंदी है धुनी, ठीक है। पर इत्थे उन्होंने एक विच शब्द जोड़िया है सार्थक इकाई। सार्थक का मतलब जिसका कोई अर्थ हुंदा है, तो वो जिहड़ी छोटी तो छोटी इकाई बन जाती है शब्द। तो ऑप्शन नंबर तुहाडी ए सही होवेगी, शब्द छोटी तो छोटी सार्थक इकाई है। तो जिहड़ी धुनी आ फिर वो धुनी जिहड़ी आ वो छोटी तो छोटी
निरार्थक, ठीक है, निरार्थक इकाई आ। अपनी सरकार नूं सरकार ए खालसा ते दरबार ए खालसा दा नां किसने दिता? ते ये दिता सी महाराजा रणजीत सिंह ने, ठीक है। ऑप्शन नंबर बी सही है। अगला प्रश्न है, पहला एंग्लो सिख युद्ध किस किस दरम्यान होया? ये प्रश्न जिहड़ा पंजाब दे एग्जाम्स का फेवरेट क्वेश्चन आ, ठीक है। तुहानूं मतलब हर दूजे तीजे एग्जाम दे विच देखण नूं मिलिया हुंदा है ते इहदे विच क्वेश्चन दे विच ही आंसर छुपिया हुंदा। एंग्लो ते सिख, एंग्लो जिहड़ा क्या ही अंग्रेज़ां नूं जांदा है ते जो आंसर इहदा सीधा ही है कि फिर एंग्लो मतलब अंग्रेज़ ते सिख मतलब सिख, ते युद्ध किहदे विचकार होया? सिखां ते अंग्रेज़ां विचकार। ऑप्शन नंबर ए तुहाडी सही है। अगे है, पंजाबी कुड़ियां दी हरमन प्यारी लोक खेड किहड़ी है? ये मैं प्रश्न तुहानूं जो फॉरेस्ट गार्ड दे लई एक स्पैशल वीडियो बनाई सीगी पंजाबी दी, ਉਹਦੇ ਵਿੱਚ मैं ਤੁਹਾਨੂੰ ਜਿਹੜੀਆਂ ਲੋਕ ਖੇਡਾਂ ਉਹਨਾਂ ਬਾਰੇ ਦੱਸਿਆ ਸੀਗਾ, ठीक है। ਤੇ ਉਹਦੇ ਵਿੱਚ ਹੀ ਮੈਂ ਤੁਹਾਨੂੰ ਦੱਸਿਆ ਸੀ ਥਾਲ ਵੀ ਇੱਕ ਖੇਡ ਹੁੰਦੀ ਆ, ਠੀਕ ਹੈ। ਤੇ ਇੱਥੇ ਤੁਹਾਨੂੰ ਦੇਖੋ ਕਿੰਨਾ ਮਤਲਬ ਕਨਫਿਊਜ਼ ਕਰਨ ਦੇ ਲਈ ਪਾਇਆ ਗਿਆ ਕਿ ਜਿੱਦਾਂ ਹੁਣ ਕੌਲੀ ਗਲਾਸ ਬਾਲਟੀ ਵੀ ਨਾਲ ਪਾਤਾ ਵੀ ਭਾਂਡਿਆਂ ਦੇ ਵਿੱਚ ਹੀ ਉਲਝਾ ਦਿੱਤਾ। ਇਸ ਲਈ ਜਿਹੜੇ मतलब की है इत्थे भी गलती होने के चांस सीगे, बट जिहड़ा राइट ऑप्शन है वो तुहाडा सी ही होना सी। थाल ही एक गेम आ, बाकी कौली गिलास कुछ नहीं है, ये खाण पीण दे लई आ। अगे है, लड़के दे विआह समय लड़के वालियां दे घर किहड़े गीत गाए जाते हैं? लड़के वालियां दे घर देखो घोड़ियां गाईयां जांदियां आ ते ऑप्शन नंबर बी सही है। इहदी ਜਿਹੜੀ ਸੁਹਾਗ ਆ ਉਹ ਕੁੜੀ ਦੇ ਵਿਆਹ 'ਤੇ ਗਾਏ ਜਾਂਦੇ, ਕੁੜੀ ਵਾਲਿਆਂ ਦੇ ਘਰ ਸੁਹਾਗ ਗਾਏ ਜਾਂਦੇ ਆ ਵਿਆਹ ਸਮੇਂ, ਲੜਕੇ ਵਾਲਿਆਂ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਆ। ਜਿਨ੍ਹਾਂ ਦੇ ਘਰ ਬੱਚੇ ਹੋਣ ਉਹਨਾਂ ਦੇ ਘਰ ਲੋਰੀਆਂ ਹੁੰਦੀਆਂ, ਅਤੇ ਜਿਨ੍ਹਾਂ ਦੇ ਘਰ ਮੌਤ ਹੋਵੇ ਤਾਂ ਉਹਨਾਂ ਦੇ ਘਰ ਅਲਾਉਣੀਆਂ ਹੁੰਦੀਆਂ, ਠੀਕ ਹੈ। ਇਹ ਤੁਸੀਂ ਬਾਕੀ ਵੀ ਸ਼ਬਦ ਯਾਦ ਰੱਖਣੇ, ਕੋਈ ਵੀ ਪੁੱਛਿਆ ਜਾ ਸਕਦਾ। ਅੱਗੇ ਹੈ, ਵਿਆਹ ਵੇਲੇ ਧੀ ਵਾਲੀ ਧਿਰ ਵੱਲੋਂ ਪੁੱਤ ਵਾਲੀ ਧਿਰ ਨੂੰ ਸਿੱਧੇ संबंधित काटवें व्यंग ਅਤੇ मशकरी भरे प्रकारज गीतां दा नाम है। ढुकमा विकल्प चुन के खाली स्थान भरो। इत्थे देखो विआह वेले की है, धी दी धिर वालों जिहड़े आ पुत्त वाली धिर नूं, ठीक है, जदों मतलब कि विआहण आउंदे आ मुंडे वाले ते कुड़ी वालियां वालों किहड़े व्यंग कस्से जांदे आ, ठीक है, उन्हां गीतां दा नाम पुछिआ है। ते देखो जिहड़ियां सिट्ठणियां आ वो ही गाईयां जांदियां आ, ठीक है। ते सिट्ठणियां दे विच जिहड़े आ वो व्यंग कस्से जांदे आ एक दूजे वल, ठीक है। बाकी जिहड़ा आ ढोला माई आ ये ते जिहड़े कुड़ियां गाउंदियां अपने जिहड़े आ पति दे लई गाउंदियां आ, ठीक है, ढोले माईए, ठीक है, जिहड़े उन्हां तो मतलब दूर किसी ना किसी कारण करके दूर हुंदे आ ते पहलां जिहड़े आ ढोले माईए जिहड़े आ वो गीतां राहीं अपने मन दे भाव प्रगट करदे सीगे। ते जिहड़ियां लोरियां मैं तुहानूं दस्सिआ कि लोरियां ते बच्चिआं नूं सुणाईਆਂ ਜਾਂਦੀਆਂ ਆ। ਅੱਗੇ है, ਹੇਠ ਲਿਖੀਆਂ ਖੇਡਾਂ ਵਿੱਚੋਂ ਕਿਹੜੀ ਪੰਜਾਬ ਦੀ ਪੁਰਾਤਨ ਲੋਕ ਖੇਡ ਹੈ? ਇਹ ਵੀ ਪ੍ਰਸ਼ਨ ਮੈਂ ਤੁਹਾਨੂੰ ਉਸ ਵੀਡੀਓ ਦੇ ਵਿੱਚ ਦੱਸਿਆ ਹੋਇਆ ਆ, ਜਿੱਥੇ ਪੰਜਾਬ ਹਿਸਟਰੀ ਐਂਡ ਕਲਚਰ ਦੀ ਵੀਡੀਓ ਪਾਈ ਹੋਈ ਆ। ਉਹਦੇ ਵਿੱਚ ਦੇਖੋ ਜਿਹੜੀ ਕਬੱਡੀ ਆ ਉਹ ਪੰਜਾਬ ਦੀ ਪੁਰਾਤਨ ਖੇਡ ਆ, ਠੀਕ ਹੈ। ਅਤੇ ਪੰਜਾਬ ਦੇ ਵਿੱਚ ਹੋਰ ਕਿਹੜੀਆਂ ਪੁਰਾਤਨ ਖੇਡਾਂ ਉਹ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਜਿੱਦਾਂ ਕਿ ਖਿੱਦੋ ਖੂੰਡੀ ਵੀ ਪੰਜਾਬ ਦੀ ਜਿਹੜੀ ਆ ਉਹ ਪੁਰਾਤਨ ਖੇਡ ਸੀਗੀ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ, ਪੁਰਾਤਨ ਲੋਕ ਖੇਡਾਂ। ਤੇ ਉਸ ਤੋਂ ਬਾਅਦ ਹੈ, ਗੁਰੂ ਲਾਦੋ ਰੇ ਸਾਖੀ ਦਾ ਸੰਬੰਧ ਕਿਸ ਗੁਰੂ ਸਾਹਿਬਾਨ ਨਾਲ ਹੈ? ਲਾਦੋ ਰੇ ਦਾ ਸੰਬੰਧ ਹੈਗਾ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ। ਅੱਗੇ ਹੈ ਪ੍ਰਸ਼ਨ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਰਾਗਾਂ ਵਿੱਚ ਬਾਣੀ ਦਰਜ ਹੈ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਆ 30 ਰਾਗਾਂ ਦੇ ਵਿੱਚ ਬਾਣੀ ਰਚੀ ਆ, ਠੀਕ ਹੈ। ਜਿਹੜੇ ਟੋਟਲ ਕੁੱਲ ਰਾਗ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ 31 ਰਾਗ ਆ, ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 30 ਰਾਗਾਂ ਦੇ ਵਿੱਚ ਆਪਣੀ ਜਿਹੜੀ ਬਾਣੀ ਆ ਉਹ ਰਚੀ ਹੈ। ਅੱਗੇ ਹੈ ਬਾਵਰ ਬਾਣੀ। ਬਾਵਰ ਬਾਣੀ ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ?
ਇੱਥੋਂ ਤੁਸੀਂ ਜਿਹੜਾ ਡਾਇਰੈਕਟ ਜਿਹੜਾ ਅੰਦਾਜ਼ਾ ਵੀ ਲਗਾ ਸਕਦੇ ਹੋ। ਹੁਣ ਬਾਬਰ ਜਿਹੜਾ ਕਿਹੜੇ ਗੁਰੂ ਸਾਹਿਬਾਨਾਂ ਦਾ ਸਮਕਾਲੀ ਸੀ, ਉਹ ਸੀਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ। ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਬਾਬਰ ਬਾਣੀ ਦੀ ਰਚਨਾ ਕੀਤੀ ਹੈ। ਇਸ ਦੇ ਵਿੱਚ ਬਾਬਰ ਦੇ ਜੋ ਭਾਰਤੀ ਨਾਗਰਿਕਾਂ 'ਤੇ ਅਤਿਆਚਾਰ ਕੀਤੇ ਗਏ ਸੀ ਉਹਨਾਂ ਦੀ ਚਰਚਾ ਕੀਤੀ ਗਈ ਹੈ। ਅਗਲਾ ਪ੍ਰਸ਼ਨ ਹੈ, ਸ਼੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਾਹਿਬਾਨ ਸਨ? ਅਤੇ ਇਹ ਸਨ ਜੀ ਦੂਸਰੇ ਗੁਰੂ ਸਾਹਿਬਾਨ। ਆਪਸ਼ਨ ਨੰਬਰ ਏ। ਸ਼੍ਰੀ ਗੁਰੂ ਅਰਜਨ ਦੇਵ ਜੀ ਕਿਸ ਗੁਰੂ ਸਾਹਿਬਾਨ ਦੇ ਸਪੁੱਤਰ ਸਨ? ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਰਾਮਦਾਸ ਜੀ ਦੇ ਸਪੁੱਤਰ ਸਨ। ਆਪਸ਼ਨ ਨੰਬਰ ਡੀ। ਅਗਲਾ ਪ੍ਰਸ਼ਨ ਹੈ, ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਿਸ ਸਥਾਨ 'ਤੇ ਸ਼ਹੀਦ ਕੀਤਾ ਗਿਆ? ਆਪਸ਼ਨ ਨੰਬਰ ਸੀ ਸਹੀ ਹੈ। ਅਗਲਾ ਹੈ, ਜਫਰਨਾਮਾ ਦੀ ਰਚਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ? ਜਫਰਨਾਮਾ ਦੀ ਰਚਨਾ ਜਿਹੜੀ ਆ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ। ਜਫਰਨਾਮਾ ਦਾ ਅਰਥ ਹੁੰਦਾ ਹੈ ਜਿੱਤ ਦਾ ਖੱਤ, ਠੀਕ ਹੈ। ਅਤੇ ਇਸ ਦੇ ਜਿਹੜੀ ਆ ਭਾਸ਼ਾ ਆ ਕਿਸ ਭਾਸ਼ਾ 'ਚ ਰਚਿਆ ਗਿਆ ਹੈ? ਇਸ ਦੀ ਰਚਨਾ ਹੈਗੀ ਆ ਫਾਰਸੀ ਭਾਸ਼ਾ। ਅਤੇ ਇਹ ਜਿਹੜਾ ਆ 10ਵਾਂ ਗ੍ਰੰਥ ਦੇ ਵਿੱਚ ਸਭ ਤੋਂ ਲਾਸਟ ਦੇ ਵਿੱਚ ਇਹ ਜਿਹੜੀ ਰਚਨਾ ਉਹ ਦਰਜ ਹੈਗੀ ਆ। ਅਗਲਾ ਪ੍ਰਸ਼ਨ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਪਾਸੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਵਾਂ ਉਤਾਰਾ ਕਿਸ ਅਸਥਾਨ 'ਤੇ ਕਰਵਾਇਆ? ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਪਾਸੋਂ ਜਿਹੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਏ ਸੀਗੇ, ਠੀਕ ਹੈ। ਤੁਹਾਨੂੰ ਪਤਾ ਹੈ ਕਿ ਜਿਹੜਾ ਆਦਿ ਗ੍ਰੰਥ ਸਾਹਿਬ ਆ ਉਹਨਾਂ ਦਾ ਸੰਕਲਨ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀਗਾ। ਅਤੇ ਕਰਵਾਇਆ ਕਿਹਨਾਂ ਤੋਂ ਸੀ? ਭਾਈ ਗੁਰਦਾਸ ਜੀ ਕੋਲੋਂ, ਠੀਕ ਹੈ। ਅਤੇ ਇਸੇ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਪਾਸੋਂ ਕਰਵਾਇਆ ਸੀਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ। ਸਾਬੋ ਕੀ ਤਲਵੰਡੀ, ਤਲਵੰਡੀ ਸਾਬੋ ਦੇ ਵਿੱਚ ਉੱਥੇ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਰਵਾਇਆ ਸੀ। ਅਤੇ ਜਿਹੜੇ ਸਾਬੋ ਕੀ ਤਲਵੰਡੀ ਹੈ ਉਸ ਨੂੰ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ। ਇਹ ਵੀ ਪ੍ਰਸ਼ਨ ਵਾਰ-ਵਾਰ ਪੁੱਛਿਆ ਜਾਂਦਾ ਆ। ਇਸ ਦੇ ਨਾਲ ਹੀ 50 ਪ੍ਰਸ਼ਨ ਤੁਹਾਡੇ ਪੂਰੇ ਹੁੰਦੇ ਆ। ਇਹ ਪਾਰਟ ਏ ਸੀਗਾ ਅਤੇ ਇਹ ਤੁਹਾਨੂੰ ਜਿਹੜਾ ਇਸ ਦੇ ਵਿੱਚੋਂ 50 ਦੇ ਵਿੱਚੋਂ 25 ਮਾਰਕਸ ਲੈਣੇ ਜ਼ਰੂਰੀ ਸਨ ਅਤੇ ਇਸ ਦੇ ਵਿੱਚ ਤੁਹਾਡੀ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਣੀ, ਠੀਕ ਹੈ। ਅਗਰ ਤੁਸੀਂ ਇਹ ਜਿਹੜੇ ਆ 50 ਮਾਰਕਸ 'ਚੋਂ 25 ਮਾਰਕਸ ਬਣ ਗਏ ਆ ਤੁਹਾਡੇ, ਅਤੇ ਤੁਸੀਂ ਕੁਆਲੀਫਾਈ ਹੋ ਅਗਲੇ ਪਾਰਟ ਬੀ ਦੇ ਜਿਹੜੇ ਮਾਰਕਸ ਆ ਮੈਰਿਟ ਲਿਸਟ ਦੇ ਵਿੱਚ ਕਾਊਂਟ ਕਰਾਉਣ ਦੇ ਲਈ, ਠੀਕ ਹੈ। ਅਤੇ ਹੁਣ ਅਸੀਂ ਪਾਰਟ ਬੀ ਕਰਾਂਗੇ। 51 ਤੋਂ ਲੈ ਕੇ 150 ਤੱਕ ਜਿਹੜੇ ਤੁਹਾਡੇ ਪ੍ਰਸ਼ਨ ਆ। ਸਭ ਤੋਂ ਪਹਿਲਾਂ ਜਿਹੜਾ ਆ ਉਹ ਪ੍ਰਸ਼ਨ ਹੈਗਾ ਤੁਹਾਡਾ